ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਜਨੋ, ਆਪ ਸਾਰਿਆਂ ਨੂੰ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ, ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਦੇ ਔਖੇ ਸ਼ਬਦਾਂ ਦੀ ਵਿਚਾਰ ਵਿੱਚੋਂ ਇੱਕ ਸ਼ਬਦ ਲੈ ਕੇ ਉਹਦੀ ਵਿਚਾਰ ਕਰਦੇ ਹਾਂ। ਔਖੇ ਦਾ ਭਾਵ ਜਿਨ੍ਹਾਂ ਦੇ ਅਰਥ ਸਾਨੂੰ ਆਮ ਸਮਝ ਨਹੀਂ ਆਉਂਦੇ ਜਾਂ ਜਿਨ੍ਹਾਂ ਦੇ ਭਾਵ ਅਰਥ ਬਹੁਤ ਡੂੰਘੇ ਹੁੰਦੇ ਹਨ, ਉਹਨਾਂ ਸ਼ਬਦਾਂ ਦੀ ਵਿਚਾਰ ਅਸੀਂ ਹਰ ਸ਼ੁੱਕਰਵਾਰ ਇੱਕ ਸ਼ਬਦ ਲੈ ਕੇ ਉਹਦੀ ਵਿਚਾਰ ਕਰਦੇ ਹਾਂ। ਅੱਜ ਕੱਲ੍ਹ ਭਗਤ ਕਬੀਰ ਜੀ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਦਾ ਸ਼ਬਦ ਹੈ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਦਾ, ਜਿਹੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਇਹ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕਰ ਰਹੇ ਹਨ ਵੀਰ MP ਸਿੰਘ ਜੀ। ਮੈਂ ਵੀਰ MP ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਅੱਜ ਦੇ ਇਹ ਵਿਚਾਰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। करता पुरख ਸੋ ਜਿਵੇਂ ਆਪ ਜੀ ਨੇ ਹੁਣੇ ਵੀਰ ਜੀ ਪਾਸੋਂ ਸਰਵਣ ਕੀਤਾ ਹੈ, ਅੱਜ ਦਾ ਜੋ ਸ਼ਬਦ ਹੈ ਉਹ ਭਗਤ ਕਬੀਰ ਜੀ ਦਾ ਰਾਗ ਗੌੜੀ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜਿਸ ਦੀ ਰਾਹ ਦੀ ਪੰਕਤੀ ਹੈ, ਜੇ ਨਰ ਰਾਮ ਭਗਤ ਨਾ ਸਾਧੀ। ਸੋ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਸ਼ਬਦ ਦਾ ਇੱਕ ਵਾਰੀ ਗਾਇਨ ਸਰਵਣ ਕਰੀਏ ਜੀ।
जैसे सुंदर स्वरूप को कबीर, जैसे सुंदर स्वरूप नाम बिना, जैसे कुंभज कुरूप नाम बिना, जैसे कुंभज कुरूप जेहे नर राम भगत न साधी, जेहे नर राम भगत न साधी, जनमत कस न मोह अपराधी, जनमत कस न मोह अपराधी, जेहे नर राम भगत न साधी, जेहे नर राम भगत न साधी, जेहे नर राम भगत न ਸੋ ਜਿਵੇਂ ਆਪਨੇ ਸ਼ਬਦ ਵਿੱਚ ਸੁਣਿਆ ਹੀ ਹੈ, ਸ਼ਬਦ ਦੀ ਜੋ ਰਾਹੋਂ ਦੀ ਪੰਕਤੀ ਹੈ, ਜੇ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨ ਮੂਹ ਅਪਰਾਧੀ। ਕਿ ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗੀ ਨਹੀਂ ਕੀਤੀ, ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ। ਜਨਮਤ ਤੋਂ ਭਾਵ ਜੰਮਦਾ ਹੀ, ਕਸ ਮੈਨੇ ਕਿਉਂ। ਸੋ ਇਹਦੇ ਜੋ ਸਿੱਧੇ ਸਿੱਧੇ ਬਿਲਕੁਲ ਸਮਝ ਆਉਣ ਵਾਲੇ ਜੋ ਅਰਥ ਹਨ ਕਿ ਇਸ ਮਨੁੱਖਾ ਜਨਮ ਨੂੰ ਲੈ ਕੇ ਜਿਸ ਮਨੁੱਖ ਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ, ਰਾਮ ਭਗਤ ਨਹੀਂ ਕੀਤੀ, ਉਸ ਸਰਵ ਵਿਆਪਕ ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਗੁਰੂ ਸਾਹਿਬ ਜਾਂ ਭਗਤ ਕਬੀਰ ਜੀ ਪੁੱਛ ਰਹੇ ਹਨ ਕਿ ਐਸਾ ਅਪਰਾਧੀ ਬੰਦਾ ਜੰਮਦਾ ਹੀ ਕਿਉਂ ਨਹੀਂ ਮਰ ਗਿਆ। ਉਹ ਜਨਮ ਉਸਦਾ ਜੋ ਹੈ, ਜਿੰਨੀ ਵੀ ਜ਼ਿੰਦਗੀ ਉਹਨੇ ਬਿਤਾਈ ਹੈ, ਅਗਰ ਜੇ ਉਸਨੇ ਪ੍ਰਭੂ ਦੀ ਬੰਦਗੀ ਨਹੀਂ ਕੀਤੀ ਤਾਂ ਉਹ ਜਨਮ ਤਾਂ ਵਿਅਰਥ ਹੀ ਹੈ। ਸਾਰਾ ਸਮਾਂ ਉਸਨੇ ਆਪਣਾ ਅਜਾਈ ਗਵਾਇਆ ਹੈ। ਉਹ ਇਹ ਗੱਲ ਸੁਣ ਕੇ ਜਾਂ ਇਸ ਤਰ੍ਹਾਂ ਦੇ ਹੋਰ ਵੀ ਕੁਝ ਸ਼ਬਦ ਆਉਂਦੇ ਹਨ, ਔਰ ਇਸ ਸ਼ਬਦ ਵਿੱਚ ਹੋਰ ਵੀ ਇੱਕ ਦੋ ਪੰਕਤੀਆਂ ਐਸੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਲੋਕਾਂ ਨੂੰ ਇਹ ਲੱਗਦਾ ਹੈ ਜੀ ਕਿ ਭਗਤ ਕਬੀਰ ਜੀ ਨੇ ਬੜੇ ਕੌੜੇ ਬਚਨ ਬੋਲੇ ਹਨ, ਬੜੇ ਕੜਵੇ ਬੋਲ ਬੋਲੇ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਭਗਤ ਜਨ ਜਿਹੜੇ ਹਨ ਉਹਨਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੁੰਦਾ, ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੁੰਦੀ। ਉਹ ਅਜਾਈ ਕਿਸੇ ਬੰਦੇ ਨੂੰ ਮਾੜੀ ਗੱਲ ਨਹੀਂ ਕਹਿੰਦੇ। ਪਰ ਗੱਲ ਤਾਂ ਹੈ ਤਾਂ ਔਖੀ ਹੈ, ਸਖਤ ਹੀ ਹੈ ਵੀ ਕਿ ਜੇ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਤਾਂ ਸਮਾਂ ਦਾ ਅਜਾਈ ਗਵਾਇਆ ਹੈ। ਪਰ ਉਸ ਗੱਲ ਨੂੰ ਭਗਤ ਕਬੀਰ ਜੀ ਨੇ ਸਿੱਧੇ ਜਿਹੇ ਸਵਾਲ ਨਾਲ ਇੰਝ ਕਨਵੇ ਕੀਤਾ ਹੈ ਕਿ ਬਈ ਇਹੋ ਜਿਹਾ ਬੰਦਾ ਜੰਮਦਿਆਂ ਹੀ ਕਿਉਂ ਨਾ ਮਰ ਗਿਆ। ਤੋ ਇਸ ਦੇ ਪਿੱਛੇ ਭਾਵਨਾ ਕੀ ਹੈ? ਭਾਵਨਾ ਇਹ ਹੈ ਕਿ ਭਗਤ ਕਬੀਰ ਜੀ ਦੇ ਮਨ ਦੀ ਚਾਹਤ ਇਹ ਹੈ ਕਿ ਮਨੁੱਖਾ ਜਨਮ ਇਸ ਬੰਦੇ ਨੂੰ ਮਿਲਦਾ ਹੈ, ਬੜੇ ਹੀ ਜੋ ਦੁਰਲਭ ਹੈ ਜਨਮ, ਬੜੇ ਹੀ ਮੁਸ਼ਕਲਾਂ ਨਾਲ ਮਿਲਿਆ ਹੈ। ਔਰ ਸਮਾਜ ਦੇ ਵਿੱਚ ਜੋ ਭਾਰਤੀ ਸਮਾਜ ਵਿੱਚ ਇਹ ਗੱਲ ਬੜੀ ਪ੍ਰਚਲਿਤ ਹੀ ਸੀ ਕਿ 84 ਲੱਖ ਜੂਨਾਂ 'ਚ ਭਟਕਣ ਤੋਂ ਬਾਅਦ ਜਿਹੜਾ ਹੈ ਇਹ ਮਨੁੱਖਾ ਜਨਮ ਮਿਲਦਾ ਹੈ। 84 ਲੱਖ ਦੀ ਗਿਣਤੀ ਨੂੰ ਚਲੋ ਅਸੀਂ ਪਾਸੇ ਵੀ ਛੱਡ ਦਈਏ, ਪਰ ਇਹ ਤਾਂ ਨਜ਼ਰ ਆਉਂਦਾ ਹੀ ਹੈ ਸਭ ਨੂੰ ਕਿ ਇਸ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਦੀ ਜੋ ਬਣਾਈ ਹੋਈ ਰਚਨਾ ਹੈ, ਇਹਦੇ 'ਚ ਅਨੇਕਾਂ ਹੀ ਜੂਨੀਆਂ ਹਨ। ਕੋਈ ਧਰਤੀ ਤੇ ਰੇਂਗਣ ਵਾਲੇ, ਕੋਈ ਧਰਤੀ ਤੇ ਦੌੜਨ ਭੱਜਣ ਵਾਲੇ, ਕੋਈ ਅਸਮਾਨ 'ਚ ਉੱਡਣ ਵਾਲੇ, ਕੋਈ ਪਾਣੀ 'ਚ ਰਹਿਣ ਵਾਲੇ, ਭਾਂਤ-ਭਾਂਤ ਦੀ ਦੁਨੀਆ ਹਨ। ਸਭ ਦੀ ਵੱਖੋ ਵੱਖਰੀ ਸਰੀਰ ਦੀ ਬਣਤਰ, ਵੱਖੋ ਵੱਖਰੀ ਉਹਨਾਂ ਦੀ ਕੈਪੇਬਿਲਿਟੀਜ਼ ਹਨ। ਪਰ ਕੇਵਲ ਤੇ ਕੇਵਲ ਇੱਕ ਮਨੁੱਖ ਹੀ ਐਸੀ ਜੋਨੀ ਹੈ
ਜਿਸ ਵਿੱਚ ਇਨਸਾਨ ਨੂੰ ਵਿਵੇਕ ਬੁੱਧੀ ਮਿਲੀ ਹੋਈ ਹੈ, ਜਿਹਦੀ ਵਰਤੋਂ ਕਰਕੇ ਇਨਸਾਨ ਚੰਗੇ ਜਾਂ ਮਾੜੇ ਦਾ ਨਿਰਣਾ ਕਰ ਸਕਦਾ ਹੈ, ਆਉਣ ਵਾਲੇ ਸਮੇਂ ਦੇ ਬਾਰੇ ਪਲੈਨਿੰਗ ਕਰ ਸਕਦਾ ਹੈ, ਚੰਗੇ ਮਾੜੇ ਦਾ ਫੈਸਲਾ ਕਰਕੇ ਆਪਣੇ ਜੀਵਨ ਦੇ ਚਾਲ ਚਲਨ ਨੂੰ ਬਦਲ ਸਕਦਾ ਹੈ। ਪਰ ਇਹ ਸਮਰੱਥਾ ਹੋਰ ਕਿਸੇ ਜੂਨੀ 'ਚ ਨਹੀਂ ਹੈ। ਔਰ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਕਿ ਵੀ ਇਸ ਮਨੁੱਖਾ ਜਨਮ ਹੀ ਇੱਕ ਐਸਾ ਸਮਾਂ ਹੈ ਜਿਹਦੇ ਵਿੱਚ ਇਨਸਾਨ ਇਤਨੀ ਤਰੱਕੀ ਕਰ ਸਕਦਾ ਹੈ ਕਿ ਉਹ ਪ੍ਰਭੂ ਵਿੱਚ ਲੀਨ ਹੋ ਸਕਦਾ ਹੈ, ਪ੍ਰਭੂ ਦਾ ਹੀ ਰੂਪ ਬਣ ਸਕਦਾ ਹੈ। ਭਾਵ ਜਿੰਨੇ ਪ੍ਰਭੂ ਦੇ ਗੁਣਾਂ ਦੇ ਨਾਲ ਜਿੰਨੀ ਉਹ ਸਾਂਝ ਪਾਏਗਾ, ਉਹਨਾਂ ਗੁਣਾਂ ਨੂੰ ਉਹ ਆਪਣੇ ਜੀਵਨ ਵਿੱਚ ਧਾਰਨ ਕਰ ਸਕਦਾ ਹੈ। तो अगर इतना अमोलक जन्म जड़ा है इंसान रजाई गवा देवे ਤਾਂ ਉਹ ਇਨਸਾਨ ਜਿਹੜਾ ਖੁਦ ਇਸ ਐਕਸਪੀਰੀਅੰਸ ਨੂੰ ਕਰ ਚੁੱਕਾ ਹੈ, ਜੋ ਪ੍ਰਭੂ ਮਿਲਾਪ ਦੇ ਰਸ ਨੂੰ, ਪ੍ਰਭੂ ਮਿਲਾਪ ਦੇ ਆਨੰਦ ਨੂੰ ਮਾਣ ਚੁੱਕਾ ਹੈ, ਤਾਂ ਉਹਨੂੰ ਤਾਂ ਇਹ ਗੱਲ ਮਾੜੀ ਲੱਗੇਗੀ ਹੀ ਕਿ ਭਈ ਬਾਕੀ ਜਿਹੜੇ ਇਨਸਾਨ ਇਸ ਮਾਰਗ ਤੇ ਨਹੀਂ ਚੱਲ ਰਹੇ, ਜਿਹੜੇ ਇਹ ਯਤਨ ਨਹੀਂ ਕਰ ਰਹੇ, ਉਹ ਆਪਣਾ ਸਮਾਂ ਅਜਾਈ ਗਵਾ ਰਹੇ ਹਨ। तो एक चंगे उस्ताद दे वाकन ਉਹ ਜੋ ਸਿਆਣਾ ਉਸਤਾਦ ਹੁੰਦਾ ਹੈ, ਉਹ ਆਪਣੇ ਸ਼ਾਗਿਰਦਾਂ ਨੂੰ, ਆਪਣੇ ਫੋਲੋ ਕਰਨ ਵਾਲਿਆਂ ਨਾਲ ਕਦੀ ਨਰਮੀ ਵਰਤਦਾ ਹੈ, ਕਦੀ ਗਰਮੀ ਵਰਤਦਾ ਹੈ, ਕਦੀ ਪਿਆਰ ਨਾਲ ਸਮਝਾਉਂਦਾ ਹੈ, ਕਦੀ ਗੁੱਸਾ ਕਰਕੇ ਵੀ ਜਾਂ ਕਦੀ ਕਦੀ ਸਜ਼ਾ ਵੀ ਦੇ ਕੇ ਉਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ। ਔਰ ਇਹ ਚੀਜ਼ ਅਸੀਂ ਆਪਣੇ ਵਿਦਿਆਰਥੀ ਜੀਵਨ ਦੇ ਅੰਦਰ ਸਾਰਿਆਂ ਨੇ ਹੀ ਐਕਸਪੀਰੀਅੰਸ ਕੀਤੀ ਹੋਏਗੀ ਕਿ ਜਿਹੜਾ ਚੰਗਾ ਟੀਚਰ ਹੁੰਦਾ ਹੈ, ਸਿਆਣਾ ਉਸਤਾਦ ਹੁੰਦਾ ਹੈ, ਉਹ ਪਹਿਲ ਸਭ ਨੂੰ, ਬੱਚਿਆਂ ਨੂੰ ਪਿਆਰ ਦੇ ਨਾਲ ਚੀਜ਼ ਸਮਝਾਉਂਦਾ ਹੈ। ਕੋਈ ਗੱਲ ਨਾ ਸਮਝ ਆਵੇ ਦੁਬਾਰਾ ਵੀ ਸਮਝਾਉਂਦਾ ਹੈ, ਹੋਰ ਮਿਸਾਲਾਂ ਦੇ ਕੇ, ਦੂਜੇ ਵਿਦਿਆਰਥੀਆਂ ਦੀਆਂ ਵੀ ਮਿਸਾਲਾਂ ਦੇ ਕੇ ਵੀ ਉਹਨਾਂ ਨੇ ਦੇਖੋ ਇੰਨੀ ਮਿਹਨਤ ਕੀਤੀ, ਤਰੱਕੀ ਕੀਤੀ, ਤੁਸੀਂ ਵੀ ਇਹ ਇਸ ਤਰੀਕੇ ਨਾਲ ਤਿਆਰੀ ਕਰੋ, ਮਿਹਨਤ ਕਰੋ। ਪਰ ਸਾਰੇ ਵਿਦਿਆਰਥੀ ਇੱਕੋ ਜਿਹੇ ਨਹੀਂ ਹੁੰਦੇ। ਸਾਰੇ ਵਿਦਿਆਰਥੀ ਆਪਣੇ ਉਸਤਾਦ ਦੀ ਗੱਲ ਨੂੰ ਸਮਝਦੇ ਵੀ ਨਹੀਂ ਹਨ, ਸਾਰੇ ਕਈ ਸਮਝ ਕੇ ਫੋਲੋ ਵੀ ਨਹੀਂ ਕਰਦੇ। ਤਾਂ ਫਿਰ ਜਦੋਂ ਸਮਾਂ ਬੀਤਦਾ ਜਾਂਦਾ ਹੈ, ਉਸਤਾਦ ਨੂੰ ਨਜ਼ਰ ਆ ਜਾਂਦਾ ਹੈ ਕਿ ਵਿੱਚੋਂ ਜਿਹੜੇ ਕੁਝ ਇੱਕ ਵਿਦਿਆਰਥੀ ਐਸੇ ਵੀ ਹਨ ਜਿਹੜੇ ਆਰਾਮ ਨਾਲ ਗੱਲ ਨੂੰ ਸਮਝਣ ਵਾਲੇ ਨਹੀਂ ਹਨ, ਤੇ ਫਿਰ ਉਹਨਾਂ ਦੇ ਨਾਲ ਉਹ ਸਖਤ ਵਤੀਰਾ ਵੀ ਇਸਤੇਮਾਲ ਕਰਦਾ ਹੀ ਹੈ। ਪਰ ਉਸ ਦੋਨੋਂ ਤਰ੍ਹਾਂ ਦੇ ਵਤੀਰੇ 'ਚ, ਚਾਹੇ ਉਹ ਨਰਮੀ ਦਾ ਵਤੀਰਾ ਹੈ, ਚਾਹੇ ਗਰਮੀ ਦਾ ਵਤੀਰਾ ਹੈ, ਉਹਦਾ ਮਕਸਦ ਇੱਕੋ ਹੀ ਹੁੰਦਾ ਹੈ ਕਿ ਸ਼ਾਗਿਰਦ ਦਾ ਭਲਾ ਕਿਵੇਂ ਹੋਵੇ। ਉਹਦੇ ਮਨ ਵਿੱਚ ਚਾਹਤ ਇਹੀ ਹੁੰਦੀ ਹੈ ਕਿ ਜੋ ਮੇਰਾ ਵਿਦਿਆਰਥੀ ਹੈ, ਉਹ ਮੇਰੇ ਪਾਸੋਂ ਜੋ ਗਿਆਨ ਹਾਸਲ ਕਰਨ ਆਇਆ ਹੈ, ਉਹ ਗਿਆਨ ਨੂੰ ਉਹ ਹਾਸਲ ਕਰੇ, ਆਪਣਾ ਸਮਾਂ ਅਜਾਈ ਨਾ ਗਵਾਏ। ਸੋ ਅਗਰ ਜੇ ਕੋਈ ਉਸਤਾਦ ਅਗਰ ਆਪਣੇ ਚੇਲੇ ਨੂੰ ਡਾਂਟਦਾ ਹੈ, ਕੋਈ ਨਰਮ ਗਰਮ ਗੱਲ ਕੋਈ ਕਹਿ ਵੀ ਦਿੰਦਾ ਹੈ, ਕੋਈ ਕੌੜੇ ਲਫ਼ਜ਼ ਵਰਤ ਵੀ ਲੈਂਦਾ ਹੈ, ਤਾਂ ਉਹਦੇ ਪਿੱਛੇ ਉਹਦੀ ਭਾਵਨਾ ਇਹ ਨਹੀਂ ਹੁੰਦੀ ਵੀ ਉਹਦੀ ਕੋਈ ਚੇਲੇ ਦੇ ਨਾਲ, ਸ਼ਾਗਿਰਦ ਦੇ ਨਾਲ ਕੋਈ ਦੁਸ਼ਮਣੀ ਹੋ ਗਈ ਹੈ, ਬਲਕਿ ਉਹ ਉਸਦਾ ਭਲੇ ਦੇ ਵਾਸਤੇ ਹੀ ਉਸ ਨੂੰ ਤਾੜਨਾ ਕਰਦਾ ਹੈ ਤੇ ਸਮਝਾਉਂਦਾ ਹੈ ਤਾਂ ਕਿ ਉਸ ਦੇ ਮਨ ਨੂੰ ਇਹ ਗੱਲ ਸਮਝ ਆ ਜਾਵੇ ਤੇ ਫਿਰ ਉਹ ਅੱਗੇ ਤੋਂ ਸਹੀ ਮਾਰਗ ਇਸਤੇਮਾਲ ਕਰ ਲਵੇ। तो भगत कबीर जी ने भी जो ये थोड़ी सख्त शब्दावली वरती है कि ऐसा इंसान जमदियां ही क्यों ना मर गया, ਇਹਦੇ ਪਿੱਛੇ ਉਹਨਾਂ ਦਾ ਮਕਸਦ ਵੀ ਇਹੀ ਸੀ ਕਿ ਭਈ ਇਹ ਗੱਲ ਸੁਣ ਕੇ ਜਿਹੜਾ ਇਸ ਗੱਲ ਨੂੰ ਸੁਣੇ ਉਹਨੂੰ ਥੋੜੇ ਜਿਹੇ ਚੋਟ ਲੱਗੇ, ਮਨ ਦੇ ਵਿੱਚ ਵਿਚਾਰ ਆਏ ਕਿ ਭਈ ਇਹ ਕੀ ਹੋ ਗਿਆ, ਮੇਰੇ ਵਾਸਤੇ ਵੀ ਇਹੋ ਜਿਹੇ ਲਫ਼ਜ਼ ਆਖੇ ਜਾ ਰਹੇ ਨੇ ਕਿ ਹੁਣ ਤੱਕ ਦਾ ਮੈਂ ਆਪਣਾ ਜੀਵਨ ਸਾਰਾ ਵਿਅਰਥ ਹੀ ਗਵਾਇਆ ਹੈ, ਕਿ ਮੇਰਾ ਤਾਂ ਜੀਵਨ ਜੋ ਮੈਨੂੰ ਭਗਤ ਕਬੀਰ ਜੀ ਦੇ ਮਨ 'ਚ ਇਹ ਭਾਵਨਾ ਹੈ ਕਿ ਮੇਰੇ ਵਰਗਾ ਇਨਸਾਨ ਤੇ ਜੰਮਦਿਆਂ ਹੀ ਮਰ ਜਾਂਦਾ ਤੇ ਚੰਗਾ ਸੀਗਾ। ਤਾਂ ਉਸਨੇ ਮਨ ਨੂੰ ਥੋੜੀ ਚੋਟ ਲੱਗੇਗੀ, ਕੁਛ ਉਸਨੂੰ ਮਨ 'ਚ ਵਿਚਾਰ ਆਏਗਾ ਤਾਂ ਉਹ ਆਪਣੇ ਅੰਦਰ ਕੋਈ ਤਬਦੀਲੀ ਕਰਨ ਦੀ ਕੋਸ਼ਿਸ਼ ਕਰੇਗਾ। ਔਰ ਇਹ ਗੱਲ ਕੇਵਲ ਕਬੀਰ ਸਾਹਿਬ ਨੇ ਹੀ ਨਹੀਂ ਕੀਤੀ, ਗੁਰਬਾਣੀ ਵਿੱਚ ਹੋਰ ਵੀ ਐਸੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਜਿਵੇਂ ਭਗਤ ਫਰੀਦ ਜੀ ਦਾ ਇੱਕ ਸ਼ਲੋਕ ਹੈ ਕਿ ਫਰੀਦਾ ਤਿਨਾ ਮੁਖ ਡਰਾਵਨੇ ਜਿਨ੍ਹਾਂ ਵਿਸਾਰਿਓ ਨਾਉ, ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਉ। ਫਰੀਦ ਜੀ ਨੇ ਤਾਂ ਸਿੱਧਾ ਅੱਜ ਕਹਿ ਦਿੱਤਾ ਵੀ ਜਿਨ੍ਹਾਂ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਉਹਨਾਂ ਦੇ ਤੇ ਮੂੰਹ ਹੀ ਡਰਾਵਨੇ ਹੋ ਜਾਂਦੇ ਹਨ, ਉਹ ਤਾਂ ਭੂਤਨੇ ਲੱਗਦੇ ਹਨ, ਉਹ ਤਾਂ ਇਨਸਾਨਾਂ ਵਰਗੇ ਨਜ਼ਰ ਹੀ ਨਹੀਂ ਆਉਂਦੇ। ਔਰ ਫਿਰ ਨਾਲ ਇਹ ਵੀ ਚੇਤਾਵਨੀ ਕਰ ਦਿੱਤੀ ਕਿ ਵੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੱਥੇ ਤਾਂ ਦੁੱਖ
ਮਿਲਣੇ ਹੀ ਮਿਲਣੇ ਹਨ। ਅੱਗੇ ਜਾ ਕੇ ਉਹਨਾਂ ਨੂੰ ਕੋਈ ਹੋਰ ਥਾਂ ਟਿਕਾਣਾ ਵੀ ਨਹੀਂ ਮਿਲਣਾ ਤੇ ਉਹ ਰੁਲਦੇ ਹੀ ਰਹਿਣਗੇ। तो ये भी कोई नरम गल नहीं है, काफ़ी सख्त शब्दावली वरती है फरीद जी ने। इस तरह ही एक होर जगह फरीद जी अपना गुरु अंगद पातशाह का एक श्लोक है। गुरु साहब फरमाते हैं कि जो सिर साई ना निभै सो सिर दीजा डार, नानक जिस पिंजर में बिरा नहीं सो पिंजर लै जार। कि ਜਿਹੜਾ सिर प्रभु की याद विच प्रभु के प्यार दे विच झुके ना ਉਹ ਸਿਰ ਤਾਂ ਤਿਆਗਣ ਦੇ ਯੋਗ ਹੈ। ਸੋ ਸਿਰ ਦੀਜਾ ਡਾਰ, ਉਹਨੂੰ ਤਾਂ ਪਾਸੇ ਲਾਂਭੇ ਕਰ ਦਿਓ। ਉਹ ਸਿਰ ਤਾਂ ਕਿਸੇ ਕੰਮ ਆਉਣ ਜੋਗਾ ਹੀ ਨਹੀਂ ਹੈ, ਉਹਨੂੰ ਤਾਂ ਛੱਡ ਹੀ ਦਿਓ। ਭਾਵ ਇਸ ਤੋਂ ਸਿਰ ਛੱਡਣ ਤੋਂ ਭਾਵ ਕੀ ਹੈ ਕਿ ਐਸੀ ਜ਼ਿੰਦਗੀ ਬੇਕਾਰ ਹੈ। ਫਿਰ ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਜਿਸ ਪਿੰਜਰ ਮੈਂ ਬਿਰਾ ਨਹੀਂ, ਜਿਸ ਮਨੁੱਖਾ ਸਰੀਰ ਦੇ ਅੰਦਰ ਪ੍ਰਭੂ ਨਾਲ ਪਿਆਰ ਦੀ ਭਾਵਨਾ ਨਹੀਂ ਹੈ, ਸੋ ਪਿੰਜਰ ਲੈ ਜਾਰ, ਉਹ ਸਰੀਰ ਨੂੰ ਤਾਂ ਸਾੜ ਹੀ ਦਿਓ। ਹੁਣ ਇਹ ਵੀ ਆਪਣੇ ਆਪ ਵਿੱਚ ਬੜੇ ਸਖਤ ਸ਼ਬਦਾਵਲੀ ਹੈ ਗੁਰੂ ਅੰਗਦ ਪਾਤਸ਼ਾਹ ਨੇ ਜੋ ਵਰਤੀ ਹੈ ਕਿ ਜਿਸ ਇਨਸਾਨ ਦੇ ਹਿਰਦੇ ਦੇ ਵਿੱਚ ਪ੍ਰਭੂ ਵਾਸਤੇ ਪਿਆਰ ਨਹੀਂ ਹੈ, ਜਿਹੜਾ ਪ੍ਰਭੂ ਦੇ ਅੱਗੇ ਪਿਆਰ ਨਾਲ ਅਦਬ ਨਾਲ ਝੁਕਦਾ ਨਹੀਂ ਹੈ, ਐਸੇ ਇਨਸਾਨ ਦਾ ਤਾਂ ਸਰੀਰ ਸਾੜ ਹੀ ਦੇਣਾ ਚਾਹੀਦਾ ਹੈ। ਸਰੀਰ ਸਾੜ ਦੇਣ ਦਾ ਮਤਲਬ ਕੀ ਹੈ ਕਿ ਭਈ ਇਹ ਜਨਮ ਤਾਂ ਹੁਣ ਖਤਮ ਹੀ ਹੋ ਜਾਏਗਾ। तो ऐसिया एक दो होर मिसालां भी आपां देखिए। फरीद जी का एक श्लोक होर है, जो सिर साई ना निवै सो सिर कीजै काए, कुन्ने हेठ जलाईए बालन संदै थाए। कि जेड़ा सिर मालिक दे अगे बंदगी विच निउंदा नहीं है, झुकदा नहीं है, वो सिर तो बेकार है। कीजै काए, ओहदा की करिए, ओहदा व्यर्थ है, ओहदा कोई लाभ ही नहीं है। तो फरीद साहब अगों की सलाह दे रहे हैं कि कुन्ने हेठ जलाईए बालन संदै थाए। ਇਹੋ ਜਿਹਾ ਸਿਰ ਤਾਂ ਕਹਿੰਦੇ ਨੇ ਵੀ ਜਿਵੇਂ ਜਿਹਾ ਲੱਕੜ ਹੋ ਗਈ, ਜਿਵੇਂ ਜਿਹਾ ਬੰਦੇ ਦਾ ਸਰੀਰ ਹੋ ਗਿਆ, ਤੇ ਐਸੇ ਸਰੀਰ ਨੂੰ ਤਾਂ ਲੱਕੜ ਦੀ ਬਾਲਣ ਦੇ ਵਰਗੇ ਇਸਤੇਮਾਲ ਕਰਕੇ ਉਹਨੂੰ ਤਾਂ ਹਾਂਡੀ ਦੇ ਥੱਲੇ ਬਾਲ ਕੇ ਤੇ ਸਾੜ ਦੇਣਾ ਚਾਹੀਦਾ ਹੈ। ਕਿ ਇਹੋ ਜਿਹਾ ਜਿਹੜਾ ਆਕੜਿਆ ਹੋਇਆ ਹਉਮੈ ਦਾ ਭਰਿਆ ਹੋਇਆ ਇਨਸਾਨ ਦਾ ਸਿਰ ਹੈ, ਉਹਨੂੰ ਤਾਂ ਲੱਕੜ ਵਰਗਾ ਹੀ ਸਮਝੋ ਤੇ ਉਹਨੂੰ ਬਾਲਣ ਦੀ ਥਾਂ ਵਰਤ ਲਵੋ। ਉਹਦਾ ਇਨਸਾਨੀ ਜ਼ਿੰਦਗੀ ਦੇ ਅੰਦਰ ਕੋਈ ਜੋ ਹੈ ਉਹਦਾ ਕੋਈ फायदा नहीं है, लाभ नहीं है उसे मनुखा जी। कोई नहीं जाते हुंदा। हाँ जी, तो इसी तरह ही रामदास पातशाह की एक गौड़ी राग दे वार के अंदर एक पौड़ी आती है, जो तुद सच ध्याए दे से विरले थोड़े, जो मन चित एक अराध दे तिनकी बरकत खाए असंख करोड़े। तुदनो सब ध्याए दी से थाए पए जो साहिब लोड़े, जो बिन सतगुर सेवे खांदे पहन दे से मोए मर जम्मे कोड़े। कोई हाजर मिठा बोल दे बाहर विस कड्डे मुख खोले, मन खोटे दई विछोड़े। हुण ध्यान नाल पढ़ो, गुरु साहब कह रहे हैं जो बिन सतगुर सेवे खांदे पहन दे से मोए मर जम्मे कोड़े। तो ये भी हुण बड़ी सख्त शब्दावली है कि गुरु की सेवा करन तो बिना, गुरु की सिक्ख्या नूं जीवन विच अपनाउण तो बिना ਜਿਹੜੇ ਇਨਸਾਨ ਆਪਣੀ ਜ਼ਿੰਦਗੀ ਦਾ ਸਮਾਂ ਸਿਰਫ ਖਾਣ ਪੀਣ ਔਰ ਐਸ਼ ਕਰਨ ਵਿੱਚ ਹੀ ਗੁਜ਼ਾਰ ਰਹੇ ਹਨ, ਉਹ ਤਾਂ ਮੋਇਆਂ ਵਰਗੇ ਹੀ ਹਨ। ਉਹ ਤਾਂ ਜਿਵੇਂ ਜੰਮ ਕੇ ਮਰ ਕੇ ਕੋੜੀਆਂ ਵਾਂਗਰ ਮਰ ਚੁੱਕੇ ਹੋਏ ਇਨਸਾਨ ਹਨ, ਆਤਮਕ ਤੌਰ ਤੇ ਮਰੇ ਹੋਏ ਹਨ। ਉਹ ਹਾਜ਼ਰ ਲੋਕਾਂ ਦੇ ਵਿੱਚ ਮਿੱਠਾ ਬੋਲਦੇ ਨੇ, ਪਰ ਉਹਨਾਂ ਦੇ ਅੰਦਰ ਨਿੰਦਾ ਦੀ, ਵਖੀਲੀ ਦੀ ਇਤਨੀ ਜ਼ਿਆਦਾ ਜੋ ਆਦਤ ਹੁੰਦੀ ਹੈ ਕਿ ਉਹ ਮਾਨੋ ਇੱਕ ਦੂਜੇ ਦੇ ਖਿਲਾਫ ਜ਼ਹਿਰ ਹੀ ਉਗਲਦੇ ਰਹਿੰਦੇ ਹਨ। ਐਸੇ ਖੋਟੇ ਮਨ ਵਾਲੇ ਇਨਸਾਨ ਤਾਂ ਪ੍ਰਮਾਤਮਾ ਨੇ ਆਪਣੇ ਤੋਂ ਵਿਛੋੜ ਕੇ ਰੱਖੇ ਹੋਏ ਹਨ। तो ये भी ऐसे शब्दावली है जिन्हों पढ़ के एक बारी तो इंसान नूं झटका लगता ही है। तो इसी तरह का एक होर शब्द है जिहड़ा उचेचे तौर के उत्ते इस शब्द की विचार तो पहला लैना कंसिडर करना बहुत जरूरी है कि गुरु रामदास पातशाह का जयश्री राग दे विच एक श्लोक है, जयश्री की वार के अंदर, हाँ सॉरी शब्द जयश्री राग के शब्द है जिसका पहला पदा है, जिन हर हृदय नाम न बस्यो इन मात कीजै हर बांझा।
ਕਿਨ ਸੁਣੀ ਦੇ ਫਿਰੈ ਬਿਨ ਨਾਮੈ ਓਏ ਖਪ ਖਪ ਮੋਏ ਕਰਾਂਝਾ। ਕਿ ਬਈ ਜਿਸ ਕੁਲ ਵਿੱਚ ਹੈ ਭਾਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ, ਉਹਨਾਂ ਦੀ ਮਾਂ ਨੂੰ ਤੇ ਪਰਮਾਤਮਾ ਬਾਂਝ ਹੀ ਕਰ ਦੇਵੇ ਤੇ ਚੰਗਾ ਹੈ। ਕਿਉਂਕਿ ਐਸੇ ਮਨੁੱਖਾਂ ਦਾ ਸਰੀਰ ਤਾਂ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਹੈ, ਨਾਮ ਤੋਂ ਸੁੰਝਾ ਹੈ, ਤੇ ਉਹ ਤਾਂ ਕਰੁੱਝ ਕਰੁੱਝ ਕੇ ਖੁਆਰ ਹੋ ਕੇ ਆਤਮਕ ਮੌਤ ਹੀ ਸਹੇੜਦੇ ਰਹਿੰਦੇ ਹਨ। ਤੋ ਇਹ ਜੋ ਮੈਂ ਅਰਥ ਦਰਪਣ ਚੋਂ ਹਨ ਉਹ ਆਪ ਜੀ ਦੇ ਸਾਹਮਣੇ ਪੜ੍ਹ ਕੇ ਸੁਣਾਏ ਹਨ। ਪਰ ਪਿਛਲੇ ਕਾਫੀ ਸਮੇਂ ਤੋਂ ਸਾਡੇ ਸਿੱਖ ਸਮਾਜ ਦੇ ਅੰਦਰ ਕਈ ਸਾਰੇ ਐਸੇ ਪ੍ਰਚਾਰਕ ਹਨ ਜਿਹੜੇ ਖਾਸ ਤੌਰ ਤੇ ਇਸ ਸ਼ਬਦ ਦਾ ਅਰਥ ਕਰਨ ਲੱਗਿਆ ਕਹਿੰਦੇ ਨੇ ਜੀ ਮਾਤ ਦਾ ਅਰਥ ਤੇ ਮਾਂ ਨਹੀਂ ਹੈ, ਮਾਂ ਨੂੰ ਬਾਂਝ ਹੋਣ ਦੀ ਗੱਲ ਨਹੀਂ, ਗੁਰੂ ਸਾਹਿਬ ਗਾਲ ਨਹੀਂ ਕੱਢ ਸਕਦੇ, ਇਹ ਤਾਂ ਗਾਲ ਕੱਢਣ ਵਾਲੀ ਗੱਲ ਹੈ ਕਿ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਬਸਦਾ ਉਹਨਾਂ ਦੀ ਮਾਤਾ ਬਾਂਝ ਹੋ ਜਾਵੇ। ਗੁਰੂ ਰਾਮਦਾਸ ਐਸੇ ਖਰਵੇ ਬੋਲ ਨਹੀਂ ਬੋਲ ਸਕਦੇ, ਐਸੀ ਗਾਲ ਵਰਗੇ ਬਚਨ ਨਹੀਂ ਕਹਿ ਸਕਦੇ। ਤੇ ਉਹ ਕਹਿੰਦੇ ਹਨ ਜੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਮਾਤ ਜਿਹੜੀ ਹੈ ਉਹ ਮਾਤਾ ਨਹੀਂ ਹੈ ਬਲਕਿ ਮੱਤ ਹੈ, ਤੇ ਮੱਤ ਬਾਂਝ ਹੋ ਜਾਵੇ ਤਾਂ ਕਿ ਉਹ ਉਹਨਾਂ ਦੀ ਭੈੜੀ ਮੱਤ ਵਿੱਚੋਂ ਕੋਈ ਐਸੇ ਗਲਤ ਖਿਆਲ ਉਹਨਾਂ ਦੀ ਜ਼ਿੰਦਗੀ ਵਿੱਚ ਨਾ ਪੈਦਾ ਹੋਣ। ਤੋ ਇਸ ਤਰੀਕੇ ਦੇ ਨਾਲ ਉਹ ਅਰਥ ਕਰਦੇ ਹਨ ਔਰ ਬੜੇ ਜ਼ੋਰ ਸ਼ੋਰ ਦੇ ਨਾਲ ਇਸ ਗੱਲ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਕਿ ਜੀ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਮਾਤ ਦਾ ਅਰਥ ਇੱਥੇ ਮੱਤ ਹੈ, ਉਹਨਾਂ ਨੂੰ ਗੁਰਬਾਣੀ ਧਿਆਨ ਨਾਲ ਪੜ੍ਹਨੀ ਚਾਹੀਦੀ ਹੈ, ਸਮਝ ਕੇ ਪੜ੍ਹਨੀ ਚਾਹੀਦੀ ਹੈ। ਪਰ ਜਿਸ ਆਧਾਰ ਦੇ ਉੱਤੇ ਮਾਤ ਲਫ਼ਜ਼ ਦੇ ਅਰਥ ਮੱਤ ਕੀਤੇ ਜਾਂਦੇ ਹਨ ਉਹਦਾ ਉਹ ਪ੍ਰਮਾਣ ਵੀ ਫਿਰ ਦਿੰਦੇ ਹਨ ਔਰ ਉਹ ਪ੍ਰਮਾਣ ਹੈ ਗੌੜੀ ਰਾਗ ਦੇ ਅੰਦਰ ਹੀ ਪੰਕਤੀ ਹੈ, ਮਾਤਾ ਮੱਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸੇਖ। तो गल तो बड़ी ठीक हो गई। देखो गुरु साहब ने आप ही घोड़ी राग में लिखा होया है कि ये माता जड़ी है उस मत जड़ी है वो साड़ी मां वर्गी है ते संतोख पिता वर्गा है। तो इत्थे अर्थ ये बनते हैं कि जे कोई जीव इस्त्री उच्ची सुच्ची मत नूं अपनी मां बना लवे, उच्ची मत की गोद विच पले, संतोख नूं अपना प्यो बना लवे, संतोख पिता की निगरानी दे विच ही जीवन अपना संतोख भरिया संतोख वाला जीवन ही बतीत करे ते फिर खलकत की सेवा नूं उचेचे तौर ते अपना भरा बना लवे तो ਉਹਦਾ विशेष असर कबूल करे, सत भाई कर ਇਹ विसेक खलकत की सेवा नूं अपना भरा बना लवे। ਤਾਂ ਅੱਗੋਂ ਫਿਰ ਹੋਰ ਸ਼ਬਦ ਵਿੱਚ ਅੱਗੇ ਹੋਰ ਪੰਕਤੀਆਂ ਆਉਂਦੀਆਂ ਹਨ। ਤਾਂ ਮੇਨ ਜਿੱਥੋਂ ਇਹ ਮਤ ਮਾਤਾ ਦਾ ਜੋ ਕਨਸੈਪਟ ਲਿਆ ਗਿਆ ਹੈ ਉਹ ਇਹ ਵਾਲੀ ਪੰਕਤੀ ਹੈ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਾਤਾ ਮਤ ਲਿਖਣ ਦੇ ਨਾਲ ਦੋ ਗੱਲਾਂ ਹੁੰਦੀਆਂ ਨੇ। ਵੈਸੇ ਤਾਂ ਜਿਵੇਂ ਜਪਜੀ ਦੇ ਅੰਤਲੇ ਸ਼ਲੋਕ ਵਿੱਚ ਆਉਂਦਾ ਹੈ ਮਾਤਾ ਧਰਤ ਮਹਤ, ਉੱਥੇ ਧਰਤੀ ਨੂੰ ਮਾਤਾ ਕਿਹਾ ਗਿਆ ਹੈ। ਉਹ ਸੋਚਣ ਵਾਲੀ ਗੱਲ ਇਹ ਹੈ ਕਿ ਬਈ ਧਰਤੀ ਵੀ ਮਾਤਾ ਹੈ, ਮਤ ਵੀ ਮਾਤਾ ਹੈ, ਤੇ ਜਿਹੜੇ ਸਾਡੇ ਦੁਨਿਆਵੀ ਮਾਤਾ ਪਿਤਾ ਨੇ ਉਹ ਵੀ ਤਾਂ ਮਾਤਾ ਪਿਤਾ ਹੈ ਹੀ ਨੇ ਔਰ ਉਹਨਾਂ ਮਾਤਾ ਪਿਤਾ ਦੀ ਗੱਲ ਵੀ ਗੁਰਬਾਣੀ 'ਚ ਅਨੇਕਾਂ ਥਾਵਾਂ ਤੇ ਆਉਂਦੀ ਹੈ। ਫਿਰ ਪ੍ਰਮਾਤਮਾ ਨੂੰ ਵੀ ਕਿਹਾ ਗਿਆ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। तो ਕਿਹੜੀ ਪੰਕਤੀ 'ਚ ਕਿਹੜੇ ਅਰਥ ਲੱਗਣੇ ਚਾਹੀਦੇ ਹਨ ਕੀ ਅਰਥ ਠੀਕ ਹਨ ਕਿ ਸਭ ਜਗ੍ਹਾ ਤੇ ਮਾਤਾ ਜਿੱਥੇ ਵੀ ਲਫ਼ਜ਼ ਆਏ ਉਹਦਾ ਅਰਥ ਮਤ ਹੀ ਕਰਨਾ ਚਾਹੀਦਾ ਹੈ। ਫਿਰ ਜਿੱਥੇ ਇਹ ਪੰਕਤੀ ਆਏਗੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਉੱਥੇ ਅਸੀਂ ਕੀ ਅਰਥ ਕਰਾਂਗੇ ਕਿ ਉੱਥੇ ਸਪਸ਼ਟ ਤੌਰ ਦੇ ਉੱਤੇ ਪਰਮਾਤਮਾ ਨੂੰ ਸੰਬੋਧਨ ਕਰਕੇ ਕਿਹਾ ਜਾ ਰਿਹਾ ਹੈ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ। तो सारे जिन्ने भी नज़दीकी तो नज़दीकी रिश्ते हैं वो परमात्मा ਨੂੰ संबोधन करके आखे जा रहे हैं कि भी ये सारे रिश्ते मेरे वास्ते तू ही है, तू ही मैनू इस तरह पालदा है जिवें मेरे माता पिता मैनू पालदे हैं, जिवें मेरे भरा मेरे नाल प्यार करदे हैं मैनू गाइड करदे हैं, मैनू तेरा ही सहारा है। तो जिस रेफरेंस तो दी कंटैक्स्ट नूं ध्यान विच रख के जिस अर्थां दे विच कोई शब्द वरतिया जावे ਉਹਦੇ ਅਰਥ ਉਸ ਤਰੀਕੇ ਨਾਲ ਹੀ ਕਰਨੇ ਚਾਹੀਦੇ ਹਨ। ਪਰ ਜੇ ਅਸੀਂ ਇਹ ਜ਼ਿੱਦ ਕਰਨ ਲੱਗ ਪਈਏ ਕਿ ਨਹੀਂ ਜਿੱਥੇ ਵੀ ਲਫ਼ਜ਼ ਮਾਤਾ ਆਏਗਾ ਉੱਥੇ ਉਹਦਾ ਅਰਥ ਮਤ ਹੀ ਕਰਨਾ ਹੈ ਤਾਂ ਫਿਰ ਇੱਕ ਗੱਲ ਤਾਂ ਹੋਰ ਧਿਆਨ ਰੱਖਣੀ ਪਵੇਗੀ ਕਿ ਜਿੱਥੇ ਮਾਤਾ ਮਤ ਲਿਖਿਆ ਹੈ ਉੱਥੇ ਪਿਤਾ ਸੰਤੋਖ ਲਿਖਿਆ ਹੋਇਆ ਹੈ। ਤਾਂ ਫਿਰ ਇਹ ਗੱਲ ਨੂੰ ਕੰਸਿਸਟੈਂਟਲੀ ਅਗਰ ਜੇ ਫੋਲੋ ਕਰਨਾ ਹੈ ਤੇ ਜਿੱਥੇ ਵੀ ਮਾਤਾ ਦੇ ਅਰਥ ਮਤ ਕਰਾਂਗੇ ਤਾਂ ਉਹਦੇ ਨਾਲ ਇਹ ਵੀ ਮੰਨਣਾ ਪਵੇਗਾ ਬਈ ਉਸ ਮਾਤਾ ਦਾ ਜੋ ਪਤੀ ਜਾਂ ਸਾਡਾ ਪਿਤਾ ਹੈ
ਉਹ ਸੰਤੋਖ ਹੈ। ਤੇ ਫਿਰ ਸਭ ਜਗ੍ਹਾ ਇਹਨੂੰ ਅਪਲਾਈ ਕਰੋਗੇ ਅੰਧਾ ਧੁੰਦ ਤਾਂ ਗੱਲ ਵਿਗੜ ਜਾਏਗੀ। ਜਿਵੇਂ ਹੁਣ ਅਸੀਂ ਅਗਲੀਆਂ ਪੰਕਤੀਆਂ 'ਚ ਦੇਖਾਂਗੇ, ਰਾਓ ਦੀ ਪੰਕਤੀ ਵਿੱਚ ਤਾਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਜੇ ਨਰ ਰਾਮ ਭਗਤ ਨਹਿ ਸਾਧੀ, ਜਨਮਤ ਕਸ ਨ ਮੂਹ ਅਪਰਾਧੀ, ਕਿ ਐਸਾ ਇਨਸਾਨ ਜੰਮਦਿਆਂ ਹੀ ਕਿਉਂ ਨਹੀਂ ਮਰ ਗਿਆ। ਤਾਂ ਹੁਣ ਅਗਲੇ ਪਦੇ ਦੇ ਵਿੱਚ ਕਬੀਰ ਸਾਹਿਬ ਜੀ ਕਹਿ ਰਹੇ ਹਨ, ਜਿਹੜਾ ਕਿ ਪਹਿਲਾ ਪਦਾ ਹੈ ਸ਼ਬਦ ਦਾ, ਇੱਥੋਂ ਸ਼ਬਦ ਆਰੰਭ ਹੁੰਦਾ ਹੈ ਕਿ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਹੁਣ ਇੱਥੇ ਵੀ ਮਹਿਤਾਰੀ ਦੇ ਅਰਥ ਅਗਰ ਜੋ ਹੁੰਦੇ ਹਨ ਮਾਤਾ, ਤੇ ਜੇ ਇੱਥੇ ਵੀ ਇਹਦੇ ਅਰਥ ਮਾਤਾ ਦੇ ਅਰਥ ਮਤ ਕਰਨ ਵਾਲਾ ਜਿੱਦ ਫੜ ਲਈ ਜਾਵੇ ਤਾਂ ਕੀ ਹੋਏਗਾ ਕਿ ਬਈ ਕਬੀਰ ਜੀ ਕਹਿ ਰਹੇ ਨੇ ਬਈ ਜਿਸ ਕੁਲ ਦੇ ਵਿੱਚ ਪੁੱਤਰ ਨੇ ਗਿਆਨ ਦੀ ਵਿਚਾਰ ਨਹੀਂ ਕੀਤੀ, ਜਿਹਨੂੰ ਸਮਝ ਨਹੀਂ ਆਈ, ਉਹਦੀ ਮਤ ਵਿਧਵਾ ਕਿਉਂ ਨਹੀਂ ਹੋ ਗਈ। ਮਤ ਵਿਧਵਾ ਹੋਣ ਦਾ ਮਤਲਬ ਕੀ ਹੈ ਕਿ ਮਤ ਦਾ ਜੋ ਮਾਤਾ ਦਾ ਜੋ ਪਤੀ ਹੈ ਸੰਤੋਖ, ਉਹ ਮਰ ਜਾਵੇ। ਤਾਂ ਕੀ ਕਬੀਰ ਜੀ ਇਹ ਕਹਿ ਰਹੇ ਹਨ ਕਿ ਵੀ ਜ਼ਿੰਦਗੀ ਸੰਤੋਖ ਨਹੀਂ ਧਾਰਨ ਕਰਨਾ ਚਾਹੀਦਾ, ਸੰਤੋਖ ਨੂੰ ਜ਼ਿੰਦਗੀ ਚੋਂ ਕੱਢ ਦੇਣਾ ਚਾਹੀਦਾ। ਤਾਂ ਇਹ ਗੱਲ ਕਿਸੇ ਤਰੀਕੇ ਵੀ ਇੱਥੇ ਟੁਕਦੀ ਨਹੀਂ ਹੈ। ਜੇ ਜਨਮਤ ਕਸ ਨਾ ਮੂਹ ਅਪਰਾਧੀ, ਰਾਓ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਉਹਦੇ ਮੁਤਾਬਕ ਹੀ ਇਹ ਪਹਿਲੇ ਪਦੇ 'ਚ ਵੀ ਸਿਮਿਲਰ ਸੈਂਸ ਵਿੱਚ ਹੀ ਗੱਲ ਗੁਰੂ ਕਬੀਰ ਜੀ ਕਰ ਰਹੇ ਹਨ ਕਿ ਜਿਸ ਕੁਲ ਵਿੱਚ ਗਿਆਨ ਦੀ ਵਿਚਾਰ ਕਰਨ ਵਾਲਾ ਕੋਈ ਪੁੱਤਰ ਨਹੀਂ ਜੰਮਿਆ, ਤਾਂ ਐਸੇ ਇਨਸਾਨ ਦੀ ਮਾਤਾ ਵਿਧਵਾ ਹੀ ਕਿਉਂ ਨਾ ਹੋ ਗਈ ਕਿ ਉਹ ਇਹੋ ਜਿਹਾ ਪੁੱਤਰ ਨਾ ਹੀ ਜੰਮਦੀ। ਜੇ ਉਹਦੀ ਮਾਂ ਵਿਧਵਾ ਹੋ ਜਾਂਦੀ ਤਾਂ ਇਹੋ ਜਿਹਾ ਭਗਤੀ ਤੋਂ ਵੀ ਹੋਣਾ ਪੁੱਤਰ ਨਾ ਹੀ ਜੰਮਦੀ। ਜਿਵੇਂ ਰਾਓ ਦੇ ਵਿੱਚ ਕਹਿ ਰਹੇ ਹਨ ਕਿ ਜੇ ਨਰ ਰਾਮ ਭਗਤ ਨਾ ਸਾਧੀ, ਜਨਮਤ ਕਸ ਨਾ ਮੂਹ ਅਪਰਾਧੀ, ਕਿ ਜਿੰਨੇ ਰਾਮ ਭਗਤੀ ਦੀ ਜੀਵਨ ਵਿੱਚ ਕਰਨੀ ਨਹੀਂ ਸੀ, ਜੀਵਨ ਅਜਾਈ ਗਵਾਉਣਾ ਸੀਗਾ, ਚੰਗਾ ਸੀਗਾ ਕਿ ਉਹ ਜੰਮਦਿਆਂ ਹੀ ਮਰ ਜਾਂਦਾ, ਸਾਰਾ ਜੀਵਨ ਅਜਾਈ ਗਵਾਉਣ ਦੀ ਬਜਾਏ। ਉਸੇ ਕੰਟੈਕਸਟ ਵਿੱਚ ਹੀ, ਉਸੇ ਸੈਂਸ ਵਿੱਚ ਹੀ ਕਬੀਰ ਜੀ ਇਸ ਪੰਕਤੀ 'ਚ ਵੀ ਗੱਲ ਕਰ ਰਹੇ ਹਨ ਕਿ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਜਿਨੇ ਗੁਰੂ ਦਾ ਗਿਆਨ ਹਾਸਲ ਹੀ ਨਹੀਂ ਕੀਤਾ, ਗਿਆਨ ਦੀ ਕੋਈ ਵਿਚਾਰ ਨਹੀਂ ਕੀਤੀ, ਗਿਆਨ ਨੂੰ ਧਾਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਹਨੇ ਸਹੀ ਮਾਰਗ ਤੇ ਚੱਲਣ ਦਾ ਕੋਈ ਆਹਰ ਨਹੀਂ ਕੀਤਾ, ਤਾਂ ਐਸੇ ਪੁੱਤਰ ਤਾਂ ਨਾ ਹੀ ਜੰਮਦਾ ਤਾਂ ਚੰਗਾ ਸੀਗਾ। ਤੇ ਉਸੇ ਗੱਲ ਨੂੰ ਇਹਨਾਂ ਲਫ਼ਜ਼ਾਂ 'ਚ ਕਬੀਰ ਜੀ ਕਹਿ ਰਹੇ ਹਨ ਕਿ ਵਿਧਵਾ ਕਸ ਨਾ ਭਈ ਮਹਿਤਾਰੀ, ਕਿ ਇਹਦੇ ਨਾਲ ਚੰਗਾ ਸੀ ਉਹਦੀ ਮਾਂ ਹੀ ਵਿਧਵਾ ਹੋ ਜਾਂਦੀ ਤਾਂ ਇਹਨੂੰ ਜਨਮ ਦੇਣ ਦੇ ਲਾਇਕ ਹੀ ਨਾ ਰਹਿੰਦੀ। ਉਹ ਜਿਸ ਕੰਟੈਕਸਟ ਵਿੱਚ ਜੋ ਗੱਲ ਚੱਲ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇੱਥੇ ਮਹਿਤਾਰੀ ਦਾ ਅਰਥ ਜੋ ਹੈ ਉਹ ਮਾਤਾ ਹੀ ਹੋਏਗਾ। ਕੋਈ ਮਤ ਵਾਲੀ ਗੱਲ ਇੱਥੇ ਨਹੀਂ ਟੁਕਦੀ। ਜੇ ਮਤ ਵਿਧਵਾ ਹੋਏਗੀ ਤੇ ਸੰਤੋਖ ਮਰ ਜਾਏਗਾ, ਜੀਵਨ ਤੋਂ ਸੰਤੋਖ ਨਿਕਲ ਜਾਏਗਾ। ਇਹ ਗੱਲ ਇੱਥੇ ਫਬਦੀ ਨਹੀਂ ਹੈ, ਟੁਕਦੀ ਨਹੀਂ ਹੈ। ਇਸੇ ਤਰ੍ਹਾਂ ਹੀ ਜਿੱਥੇ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਜੈਸਰੀ ਰਾਗ ਵਾਲਾ ਵੀ ਸ਼ਬਦ ਹੈ, ਉੱਥੇ ਵੀ ਇਹ ਸੀਗਾ ਜਿਨ੍ਹਾਂ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਮੈ, ਕੋਈ ਖਪ ਖਪ ਕੋਈ ਖਰਾਂਝਾ। ਕਿ ਜਿਸ ਸਕੂਲ ਵਿੱਚ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ ਵਸਦਾ, ਮਾਂ ਉਹਨਾਂ ਦੀ ਇਸਤਰੀ, ਮਾਂ ਉਸਦੀ ਮਾਂ ਨੂੰ ਪਰਮਾਤਮਾ ਬਾਂਝ ਹੀ ਕਰ ਦੇ, ਤਾਂ ਕਿ ਕੋਈ ਇਹੋ ਜਿਹਾ ਐੜਾ ਇਨਸਾਨ ਮਨੁੱਖ ਨੂੰ ਜਨਮ ਹੀ ਨਾ ਦੇਵੇ ਜਿਨੇ ਆਪਣਾ ਜੀਵਨ ਅਜਾਈ ਗਵਾਉਣਾ ਹੈ। ਤੋ ਭਾਵ ਸਮਝਣ ਦੀ ਲੋੜ ਹੈ। ਔਰ ਇਹਨੂੰ ਇਹ ਵੀ ਨਹੀਂ ਸਮਝਣਾ ਚਾਹੀਦਾ ਵੀ ਇਹ ਕੋਈ ਗਾਲ ਕੱਢ ਦਿੱਤੀ ਹੈ ਕਿ ਜੇ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਵੀ ਮਾਤਾ ਬਾਂਝ ਹੋ ਜਾਵੇ। ਇਹ ਸਿਰਫ ਇੱਕ ਗੱਲ ਸਮਝਾਉਣ ਦਾ ਤਰੀਕਾ ਹੈ ਕਿ ਜਿਵੇਂ ਹੁਣ ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ ਵਿੱਚ ਆਪ ਪਹਿਲਾ ਹੀ ਸ਼ਲੋਕ ਪੜੋ ਤੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਪਹਿਲੀ ਪੰਕਤੀ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿ ਰਹੇ ਹਨ ਕਿ ਜਿਸ ਇਨਸਾਨ ਨੇ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝ ਨਹੀਂ ਪਾਈ, ਉਹਦੇ ਸਿਫਤ ਸਲਾਹ ਨਹੀਂ ਕੀਤੀ, ਉਹਦੇ ਗੁਣ ਨਹੀਂ ਗਾਏ, ਉਹਨੇ ਤੇ ਆਪਣਾ ਜਨਮ ਹੀ ਅਜਾਈ ਗਵਾ ਲਿਆ। ਹੁਣ ਜਨਮ ਅਜਾਈ ਗਵਾਉਣਾ ਜਿਹੜਾ ਹੈ ਉਹ ਵੀ ਕੋਈ ਆਪਣੇ ਆਪ ਵਿੱਚ ਕੋਈ ਵਡਿਆਈ ਵਾਲੀ ਗੱਲ ਤਾਂ ਨਹੀਂ ਹੈ। ਉਹ ਗੁਰੂ ਸਾਹਿਬ ਦਾ ਮਕਸਦ ਸਿਰਫ ਇਹ ਹੈ ਕਿ ਮਨੁੱਖਾ ਜਨਮ ਮਿਲਿਆ ਹੈ ਪਰਮਾਤਮਾ ਦੇ ਨਾਲ ਇਕਮਿਕਤਾ ਹਾਸਲ ਕਰਨ ਵਾਸਤੇ, ਪਰਮਾਤਮਾ ਦੇ ਨਾਲ ਅਭੇਦਤਾ ਹਾਸਲ ਕਰਨ ਵਾਸਤੇ, ਉਹਦੇ ਗੁਨਾਹ ਦੇ ਨਾਲ ਸਾਂਝ ਪਾਉਣ ਵਾਸਤੇ, ਉਹਦੇ ਜਿਹਾ ਬਣਨ ਵਾਸਤੇ। ਤੇ ਜਿਹੜੇ ਇਨਸਾਨ ਇਸ ਆਪਣੇ ਜੀਵਨ ਦੇ ਮਨੋਰਥ ਨੂੰ ਭੁੱਲ ਕੇ ਹੋਰ ਕੰਮਾਂ ਦੇ ਵਿੱਚ, ਮਾਇਆ ਦੇ ਰਸਾਂ ਵਿੱਚ ਹੀ ਖਚਿਤ ਹੋਏ ਰਹਿੰਦੇ ਹਨ, ਉਹ ਅਸਲ ਵਿੱਚ ਆਪਣਾ ਸਾਰਾ ਸਮਾਂ ਜੀਵਨ ਦਾ ਬਰਬਾਦ ਕਰ ਰਹੇ ਹਨ। ਤਾਂ ਇਸ ਗੱਲ ਨੂੰ ਸਟਰੋਂਗਲੀ ਕਨਵੇ ਕਰਨ ਵਾਸਤੇ ਉਹ ਜਿਹੀ ਸ਼ਬਦਾਵਲੀ ਵਰਤਣੀ ਪੈਂਦੀ ਹੈ ਕਈ ਵਾਰੀ ਕਿ ਜਿਹੜੀ ਸੁਣਨ ਵਾਲੇ ਨੂੰ ਸਿੱਧੀ ਚੋਟ ਕਰੇ ਤੇ ਉਸਦੇ ਮਨ ਨੂੰ ਇਹ ਗੱਲ ਸਮਝ ਆ ਜਾਵੇ ਕਿ ਵੀ ਇਹ ਮੇਰੇ ਪਾਸੋਂ ਬਹੁਤ ਵੱਡੀ ਗਲਤੀ ਹੋਈ ਹੈ। तो इसे करके कबीर जी इतने
ਨੇ ਬਚਨ ਕੀਤੇ ਹਨ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਕਿ ਉਹਦੀ ਮਾਂ ਜਿਹੜੀ ਆ ਵਿਧਵਾ ਹੀ ਹੋ ਜਾਂਦੀ ਤੇ ਚੰਗਾ ਸੀ, ਤਾਂ ਕਿ ਉਹ ਇਹੋ ਜਿਹੇ ਪੁੱਤਰ ਨੂੰ ਜਨਮ ਹੀ ਨਾ ਦਿੰਦੀ, ਜਿਹੜੇ ਪੁੱਤਰ ਨੇ ਆ ਕੇ ਇਸ ਜ਼ਿੰਦਗੀ ਦੇ ਅੰਦਰ ਕੋਈ ਗਿਆਨ, ਗੁਰੂ ਦਾ ਗਿਆਨ ਹਾਸਲ ਨਹੀਂ ਕੀਤਾ, ਗੁਰੂ ਦੀ ਸ਼ਰਨ ਵਿੱਚ ਨਹੀਂ ਪਿਆ, ਤੇ ਸਾਰਾ ਜੀਵਨ ਆਪਣਾ ਜਿਹੜਾ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਜਾਂ ਮਾਇਆ ਦੇ ਸਵਾਦਾਂ ਦੇ ਵਿੱਚ ਹੀ ਕਚਤ ਰਹਿ ਕੇ ਬਿਤਾਇਆ ਹੈ। ਦੂਸਰੇ ਪਦੇ ਵਿੱਚ ਹੁਣ ਕਬੀਰ ਜੀ ਫਰਮਾਉਂਦੇ ਹਨ, ਔਰ ਇੱਥੇ ਵੀ ਟੋਨ ਉਹੀ ਕਾਇਮ ਹੈ ਕਿ ਮੁੱਚ ਮੁੱਚ ਗਰਭ ਗਏ ਕੀ ਬਚਿਆ, ਬੁੱਢ ਪੁਜ ਰੂਪ ਜੀਵੇ ਜਗ ਮਜਿਆ। ਕਹਿੰਦੇ ਹਨ ਦੁਨੀਆ ਦੇ ਅੰਦਰ ਕਈ ਗਰਭ ਜਿਹੜੇ ਹਨ ਛਨ ਗਏ ਹਨ, ਭਾਵ ਜਨਮ ਤੋਂ ਪਹਿਲਾਂ ਹੀ ਬੱਚੇ ਮਰ ਜਾਂਦੇ ਹਨ। ਉਹ ਹੁਣ ਇਹਦਾ ਜੇ ਭਾਵ ਸਮਝੋ ਤੇ ਇਹ ਗੱਲ ਵੀ ਬੜੀ ਸਖਤ ਹੈ। ਮੁੱਚ ਮੁੱਚ ਦਾ ਅਰਥ ਹੁੰਦਾ ਹੈ ਬਹੁਤ ਬਹੁਤ, ਬੜੇ ਬੜੇ। ਗਰਭ ਗਏ, ਗਏ ਤੋਂ ਭਾਵ ਹੈ ਕਿ ਜਿਹੜੇ ਅਬੋਰਟ ਹੋ ਗਏ, ਜਾਂ ਜਿਵੇਂ ਜਿਹੜਾ ਬੱਚਾ ਜਨਮ ਤੋਂ ਪਹਿਲਾਂ ਹੀ ਖਤਮ ਹੋ ਗਿਆ, ਪੂਰੇ ਆਪਣਾ ਜਿੰਨਾ ਮਾਤਾ ਦੇ ਗਰਭ ਦੇ ਅੰਦਰ ਪੂਰਾ ਸਮਾਂ ਡਿਵੈਲਪ ਹੋਣਾ ਸੀਗਾ, ਉਹ ਜਨਮ ਲੈਣ ਤੋਂ ਪਹਿਲਾਂ ਹੀ ਉਹ ਜਿਹੜਾ ਫੇਟਸ ਹੈ ਉਹ ਖਤਮ ਹੋ ਗਿਆ, ਮਰ ਗਿਆ। तो उस चीज का रेफरेंस दे रहे हैं कि भाई बड़े सारे बच्चे ऐसे हैं ਜਿਹੜੇ जन्म तो पहला गर्भ ਵਿੱਚ ਹੀ ਮਰ ਜਾਂਦੇ ਹਨ। ਕਬੀਰ ਜੀ ਕਹਿੰਦੇ ਹਨ ਕਿ ਸੰਸਾਰ ਵਿੱਚ ਕਈ ਗਰਭ ਛਨ ਗਏ ਹਨ, ਤੇ ਇਹ ਬੰਦਗੀਹੀਨ ਭੈੜਾ ਬੱਚਾ ਇਹ ਕਿਉਂ ਬਚ ਰਿਹਾ, ਕੀ ਬਚਿਆ। ਕੀ ਦਾ ਅਰਥ ਹੈ ਕਿਉਂ। ਇਸ ਲਫ਼ਜ਼ ਨੂੰ ਸਮਝਣ ਦੀ ਜ਼ਰੂਰਤ ਹੈ। ਗੁਰਬਾਣੀ ਦੇ ਅੰਦਰ ਕੀ ਲਫ਼ਜ਼ ਜਿਹੜਾ ਹੈ ਉਹ ਕਿਉਂ ਦੇ ਅਰਥਾਂ ਦੇ ਵਿੱਚ ਅਨੇਕਾਂ ਜਗ੍ਹਾ ਤੇ ਵਰਤਿਆ ਗਿਆ ਹੈ। ਜਿਵੇਂ ਇੱਕ ਭਗਤ ਕਬੀਰ ਜੀ ਦਾ ਸ਼ਬਦ ਹੈ ਜਿਹੜਾ ਆਰੰਭ ਹੁੰਦਾ ਹੈ, 4 ਦਿਨ ਆਪਣੀ ਨੌਬਤ ਚਲੇ ਬਜਾਏ। ਉਹਦੀ ਆਖਰੀ ਪੰਕਤੀ ਹੈ, ਕਹਿ ਕਬੀਰ ਰਾਮ ਕੀ ਨਾ ਸਿਮਰੋ ਜਨਮ ਆਕਾਰਤ ਜਾਤ। ਗੱਲ ਉੱਥੇ ਵੀ ਇਹੀ ਕੀਤੀ ਹੈ ਕਿ ਕਬੀਰ ਕਹਿੰਦਾ ਹੈ ਰਾਮ ਕੀ ਨਾ ਸਿਮਰੋ, ਭਈ ਰਾਮ ਦਾ ਨਾਮ ਕਿਉਂ ਨਹੀਂ ਸਿਮਰਦੇ। ਜਨਮ ਆਕਾਰਤ ਜਾਤ, तेरा जन्म तो अजा ही जा रहा है। तो जे राम का सिमरन नहीं किया, परमात्मा की बंदगी नहीं की, तो जन्म अकारथ जात है। तो लेकिन उसकी शब्दावली की है, कह कबीर राम की ना सिमरो। की का अर्थ है क्यों। उत्थे लेकिन स्पैलिंग जिहड़े हैं कक्के नूं बिहारी लगी हुई है, और बिंदी जिहड़ी है अपने कोलों लगानी पैंदी है। की ना सिमरो, की लफज जिहड़ा है वो हिंदी दे की वास्ते भी इस्तेमाल होता है, जिहड़ा अर्थ है दी, पर उत्थे बिना बिंदी तो उच्चारण होता है। जिसकी वस्त तिस आगे रख है, तो उत्थे की बिंदी तो बगैर है, जिसका मतलब है जिसकी वस्तु है ਉਹਦੇ ਅੱਗੇ ਹੀ ਰੱਖਣੀ ਹੈ। जिसकी वस्त तिस आगे रख है, उत्थे उच्चारण की होएगा। पर जिथे है मानो एक और शब्द है की विसरै दुख बहुता अलग है, उत्थे भी क्यों दे अर्थां विच यूज होया है। की विसरै दुख बहुता अलग है, तैनू क्यों प्रभु ने, तू प्रभु नू क्यों विसारिया होया है, जिहदे करके तेरे जीवन च तैनू ज़्यादा दुख झेलने पैंदे हन। तो उत्थे बिंदी नाल उच्चारण हो गया की विसरै दुख बहुता अलग है। तो इत्थे भी लफज जिहड़ा है वो की है बिंदी वाला, लेकिन मात्रा का तोल पूरा करने वास्ते इत्थे जो बिंदी है उन्होंने एक मात्रा वधाउण वास्ते नन्हे के रूप में एक्सटेंड करके उहदे नाल की लफज आ गया है। इहदा अर्थ करन लग्या ये की दा ही अर्थ करने पैणगे, जिहदा अर्थ है मतलब है क्यों। पर क्योंकि नन्ना नाल लग्या होया है ते पढ़न लग्या इहदा उच्चारण की नहीं करना पएगा। तो मुच मुच गर्भ गए कीन बचिया, भाव बड़े बड़े गर्भ गल जाते हैं, छन जाते हैं। कीन बचे, की बचे, ये क्यों बच गया। ये जड़ा बंदा जिहदी गल उपर कीती है कि जे कुल पूत ना ज्ञान विचारी, जिस बंदे ने अपनी जिंदगी के अंदर गुरु का ज्ञान नहीं विचारिया, जिन्हें राम की भगत नहीं साधी, ਇਹੋ ਜਿਹਾ ਭੈੜਾ ਬੰਦਾ ਉਹ ਕਿਉਂ ਬਚ ਗਿਆ। ਉਹ ਵੀ ਜਨਮ ਲੈਂਦੇ ਹੀ ਮਰ ਜਾਂਦਾ। ਜੋ ਗੱਲ ਰਾਓ ਦੇ ਚਾਕੀ ਹੈ ਕਿ ਜਨਮਤ ਕਸ ਨਾ ਮੂਹ ਅਪਰਾਧੀ। तो गल कबीर जी कंसिस्टेंटली सेम ही कर रहे हैं
ਕਿ ਮੁੱਚ ਗਰਭ ਗਏ ਕੀ ਬਚਿਆ, ਕਿਉਂ ਬਚ ਗਿਆ ਵਾ ਜਿਹਾ ਭੈੜਾ ਬੰਦਾ, ਤੇ ਉਹਦਾ ਜ਼ਿੰਦਗੀ ਦੇ ਵਿੱਚ ਜੀਵਨ ਕਿਸ ਤਰ੍ਹਾਂ ਦਾ ਬਤੀਤ ਹੋ ਰਿਹਾ ਹੈ ਕਿ ਬੁੱਢ ਪੁਜ ਰੂਪ ਜੀਵੇ ਜਗ ਮਜਿਆ। ਜਗ ਮਜਿਆ ਦਾ ਭਾਵ ਹੈ ਜਗਤ ਦੇ ਵਿਚਕਾਰ ਮਝ, ਮਜਿਆ ਮਜੇ ਦੇ ਵਿੱਚ ਮਝਧਾਰ, ਜਿਵੇਂ ਮਜਿਆ ਹੁੰਦਾ ਵਿਚਕਾਰ, ਇਸ ਦੇ ਮਝ ਦੇ ਵਿੱਚ, ਇਹਦੇ ਮੱਧ ਦੇ ਵਿੱਚ ਵਿਚਕਾਰ ਜਗਤ ਦੇ ਵਿੱਚ ਉਹ ਜੀ ਰਿਹਾ ਹੈ। ਕਿਵੇਂ? ਬੁੱਢ ਪੁਜ ਰੂਪ। ਬੁੱਢ ਪੁਜ ਦਾ ਜੋ ਅਰਥ ਹੈ ਉਹ ਡੁੱਡੀਆਂ ਬਾਹਾਂ ਵਾਲਾ, ਜਿਹੜੀਆਂ ਬਾਹਾਂ ਟੁੱਟੀਆਂ ਹੋਣ, ਜਿਵੇਂ ਕੋੜੀ ਦੀਆਂ ਬਾਹਾਂ ਗਲ ਜਾਂਦੀਆਂ ਹਨ, ਹੱਥ ਟੁੰਡੇ ਹੋ ਜਾਂਦੇ ਹਨ, तो ਕੋੜੀ ਵਰਗਾ ਜੀਵਨ ਜੀ ਰਿਹਾ ਹੈ। ਇਹਦੇ ਤਕਰੀਬਨ ਸਭ ਜਗ੍ਹਾ ਦੇ ਉੱਤੇ ਸਾਰੇ ਟੀਕਿਆਂ ਦੇ ਵਿੱਚ ਅਰਥ ਬੁੱਢ ਪੁਜ ਦੇ ਕੋੜੀ ਵਾਲੇ ਹੀ ਅਰਥ ਆਏ ਹਨ, ਪਰ ਮਹਾਨ ਕੋਸ਼ ਦੇ ਵਿੱਚ ਉਹਨਾਂ ਨੇ ਇਹਦੇ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਕੀਤੇ ਹਨ ਸੂਰ, ਗੰਦਗੀ ਖਾਣ ਵਾਲਾ। ਉਹਨਾਂ ਨੇ ਇਹਦਾ ਸੋਰਸ ਲਿੱਤਾ ਹੈ ਵਿਡ ਪੁਜ ਤੋਂ, ਜਿਹੜਾ ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ ਜਿਹਦਾ ਅਰਥ ਹੈ ਗੰਦਗੀ ਖਾਣ ਵਾਲਾ। ਪਰ ਬਾਕੀ जिन्ने सारे टीके हैं, चाहे शब्दारथ है, चाहे फरीदकोट वाला टीका है, चाहे अपना प्रिंसिपल साहब सिंह जी का गुरु ग्रंथ साहब दर्पण है, उन्होंने सारिया ने ही इसके अर्थ जिहड़े हैं कोड़ी वाले कीते हैं। बुढ़ पुज रूप जीवे जग मजिया, कि वो बंदगी तो सखना मनुख जगत में एक कोड़ी वर्गा जीवन जीव रहा है, जिहड़ा भाव जगत वास्ते बिल्कुल ही यूजलैस इंसान बंदा हुंदा है, वो किसी के काम नहीं आसदा, ਉਹਦਾ ਤਾਂ ਆਪਣਾ ਜੀਵਨ ਚਲਾਉਣਾ ਹੀ ਬੜਾ ਔਖਾ ਹੁੰਦਾ ਹੈ, ਕਿਸੇ ਦੂਸਰੇ ਦਾ ਤਾਂ ਉਹ ਕੋਈ ਭਲਾ ਕਰਨ ਜੋਗਾ ਰਹਿੰਦਾ ਹੀ ਨਹੀਂ ਹੈ। तो इस पदे ਦੇ ਵਿੱਚ ਵੀ ਕਬੀਰ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜਿਸ ਇਨਸਾਨ ਨੇ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ, ਰਾਓ ਦੇ ਵਿੱਚ ਕਿਹਾ ਕਿ ਉਹ ਜੰਮਦਿਆਂ ਹੀ ਕਿਉਂ ਨਾ ਮਰ ਗਿਆ, ਤੇ ਇਸ ਪਦੇ ਵਿੱਚ ਕਹਿ ਰਹੇ ਹਨ ਕਿ ਬੜੇ ਸਾਰੇ ਬੱਚੇ ਗਰਭ ਦੇ ਵਿੱਚ ਹੀ ਮਰ ਜਾਂਦੇ ਹਨ। ਇਹ ਭੈੜਾ ਮਨੁੱਖ ਜਿਹਨੇ ਬੰਦਗੀ ਨਹੀਂ ਕੀਤੀ ਉਹ ਕਿਉਂ ਬਚ ਰਿਹਾ, बच के जिंदगी जींदिया होया उन्हें की सवारिया है, वो तो कोड़ी वर्गा जगत जीवन बिता रहा है, जिहड़ा उहदे अपने वास्ते भी दुखदाई है ते होर किसी वास्ते भी किसी काम सवारन जोगा नहीं है, व्यर्थ दा जीवन है। अंतले पदे विच हुण कबीर जी कहते हैं, कहो कबीर जैसे सुंदर स्वरूप नाम बिना जैसे कुबुज कुरूप। कहते हैं कबीर जी कि भाई कोई कह सकता है कि सारे इंसान कोई भैड़ी शक्ल वाले, भैड़े स्वरूप वाले, कोड़ी वर्गे थोड़ा होंगे हैं, बड़े बड़े सोहने शरीर वाले, सुंदर शक्ल वाले बंदे भी दुनिया होंगे हैं, पर कबीर जी की नज़रों के विच वो बंदे भी प्रवान नहीं ने। कहते हैं कि जिन्हों का भावें दुनिया च वेखण नूं सोहना स्वरूप है, बड़े देखण नूं सोहने लगते हैं, कहो कबीर जैसे सुंदर स्वरूप, देखण नूं उन्हां दा स्वरूप बड़ा सोहना है, पर कबीर जी का निर्णय की है, नाम बिना जैसे कुबज कुरूप। कुबज का अर्थ हुंदा है कुब्बा, ते कुरूप का मतलब हुंदा है भैड़ी शक्ल वाला। स्वरूप का मतलब तो होया चंगी शक्ल वाला, कुरूप का मतलब हो गया भैड़ी शक्ल वाला। तो कबीर जी कहते हैं कि दुनिया की नज़रों के विच भावें कोई सोहना होवे, सोहनी शक्ल वाला होवे, सुंदर होवे, सोहने रूप वाला होवे, पर कबीर जी कहते हैं असल विच ते जिहड़ा बंदा नाम नहीं जपदा वो तां जिहो जिहा कोई कुब्बा या बदशकल इंसान हुंदा है उहदे वर्गा ही भैड़ा है, ते वो कोई एप्रीशिएट करन वाला नहीं है, बल्कि उहदे तो तां घृणा ही आंदी है कि ऐसा बंदा जगत विच आके क्यों अपना जन्म अजाई गवा रहा है। तो थ्रू आउट द शब्द जो राहो दे विच गल कबीर जी ने कीती है कि जय नर राम भगत ना साधी, जन्मत कस न मूह अपराधी। कबीर जी की नज़रों के विच जिस इंसान ने मनुखा जीवन धारण करके, मनुखी जीवन नूं प्राप्त करके भी परमात्मा की बंदगी नहीं की, कबीर जी की नज़रों में वो बड़ा वड्डा अपराधी है। वो जमदिया ही मर जाता तो चंगा सीगा, उहदी माता तो विधवा हो के जावे, जे बच्चे नूं जन्म ही ना देंदी तो चंगा सीगा। वो कोड़ी वर्गा जीवन बतीत कर रहा है, जिहड़ा किसी के काम नहीं आने वाला। जिन्नी मर्जी सोहने अपने शरीर नूं सजा संवार के दुनिया के सामने भावें वो अपने आप नूं सोहना बना के पेश करे, कबीर जी की नज़रों के विच वो बंदा कुब्बा ते करूप बदशकल ही बंदा है। सो जो तत्सार गल है कि मनुखा जीवन मिलिया है परमात्मा की बंदगी वास्ते, केवल तो केवल शरीर की संभाल, खाना पीना, हसना सोना, शरीर के स्वाद, जबान के चस्के, अखां के चस्के,
ਜਾਂ ਹੋਰ ਮਾਇਆ ਦੇ ਸਵਾਦ ਰਸ ਮਾਣ ਕੇ ਜੀਵਨ ਦਾ ਸਮਾਂ ਅਜਾਈਂ ਗਵਾਉਣਾ। ਗੁਰਬਾਣੀ ਦੇ ਵਿੱਚ ਅਲੱਗ-ਅਲੱਗ ਪ੍ਰਮਾਣਾਂ ਦੇ ਵਿੱਚ ਸਾਨੂੰ ਇਹ ਗੱਲ ਚੇਤਾਵਨੀ ਦੇ ਰੂਪ ਵਿੱਚ ਵੀ ਸਮਝਾਈ ਗਈ ਹੈ। ਜਿਹੜਾ ਬੰਦਾ ਇਸ ਤਰੀਕੇ ਦਾ ਜੀਵਨ ਬਤੀਤ ਕਰਦਾ ਹੈ, ਉਹ ਆਪਣਾ ਜੀਵਨ ਅਜਾਈਂ ਗਵਾ ਰਿਹਾ ਹੈ। ਅਜਾਈਂ ਗਵਾਏਗਾ ਤਾਂ ਉਹਦੀ ਹਾਲਤ ਕਿਹੋ ਜਿਹੀ ਹੋਏਗੀ? ਉਸ ਬੱਚੇ ਵਰਗੀ ਜਿਹਨੇ ਸਾਰਾ ਸਾਲ ਸਕੂਲ ਤਾਂ ਗਿਆ ਹੈ ਪਰ ਪੜ੍ਹਾਈ ਨਹੀਂ ਕੀਤੀ, ਜਾਂ ਸਕੂਲ ਦੇ ਵਿੱਚ ਦਾਖਲਾ ਲਿਆ ਪਰ ਆਪ ਬਾਹਰ ਘੁੰਮਦਾ ਫਿਰਦਾ ਰਿਹਾ, ਕਲਾਸਾਂ ਘੱਟ ਕਰ ਦਿੱਤੀਆਂ, ਪੜ੍ਹਾਈ ਕੀਤੀ ਨਹੀਂ, ਤੇ ਸਾਲ ਤੋਂ ਬਾਅਦ ਇਮਤਿਹਾਨ ਵਿੱਚ ਤਾਂ ਫੇਲ ਹੋਣਾ ਹੀ ਹੋਣਾ ਹੈ, ਤੇ ਉਹਨੂੰ ਮੁੜ ਕੇ ਪਿਛਲੀ ਕਲਾਸ ਵਿੱਚ ਫਿਰ ਤੋਂ ਰੋਕ ਲਿਆ ਜਾਂਦਾ ਹੈ ਕਿ ਚੱਲ ਮੁੜ ਕੇ ਫਿਰ ਤੋਂ ਨਵੇਂ ਸਿਰੋਂ ਤੋਂ ਸਾਰੀ ਪੜ੍ਹਾਈ ਦੁਬਾਰਾ ਕਰ। ਇਹੀ ਹਾਲ ਇਨਸਾਨ ਦੇ ਨਾਲ ਵੀ ਹੁੰਦਾ ਹੈ, ਜਿਹੜਾ ਮਨੁੱਖਾ ਜੀਵਨ ਪ੍ਰਾਪਤ ਕਰਕੇ ਵੀ ਪਰਮਾਤਮਾ ਦੀ ਬੰਦਗੀ ਨਾਲ ਨਹੀਂ ਜੁੜਦਾ, ਸਿਫਤ ਸਲਾਹ ਨਹੀਂ ਕਰਦਾ, ਤਾਂ ਉਸ ਨੂੰ ਮੁੜ ਕੇ ਫਿਰ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ, ਫਿਰ ਅਨੇਕਾਂ ਜਨਮ ਲੈਣੇ ਪੈਂਦੇ ਹਨ। ਉਹ ਇਹ ਅਜਾਈਂ ਗਵਾਉਣ ਵਾਲੀ ਗੱਲ ਹੈ ਕਿ ਜੋ ਸਮਾਂ ਮਿਲਿਆ ਹੈ ਉਹਨੂੰ ਉਹਦਾ ਠੀਕ ਇਸਤੇਮਾਲ ਕਰਨ ਦੀ ਬਜਾਏ ਉਸਨੂੰ ਬੇਕਾਰ ਗਵਾਇਆ ਤੇ ਨਾ ਹੀ ਮਿਲਦਾ ਤਾਂ ਵੀ ਕੋਈ ਫਰਕ ਨਹੀਂ ਸੀ ਪੈਣਾ। ਜੇ ਸਾਰਾ ਸਾਲ ਬੱਚਾ ਪੜ੍ਹਾਈ ਕਰੇ ਹੀ ਨਾ ਤੇ ਮੁੜ ਕੇ ਉਹਨੂੰ ਫਿਰ ਦੁਬਾਰਾ ਉਸੇ ਕਲਾਸ ਵਿੱਚ ਮੁੱਢੋਂ ਸੁੱਢੋਂ ਫਿਰ ਪੜ੍ਹਾਈ ਸ਼ੁਰੂ ਕਰਨੀ ਪੈ ਜਾਵੇ, ਤੇ ਇਹੀ ਕਿਹਾ ਜਾਏਗਾ ਨਾ ਕਿ ਉਹਦਾ ਨਾ ਹੀ ਪੜ੍ਹਿਆ ਤਾਂ ਹੁੰਦਾ, ਜਿਹੋ ਜਿਹਾ ਪੜ੍ਹਿਆ ਜਾਂ ਨਾ ਪੜ੍ਹਿਆ ਇੱਕੋ ਹੀ ਗੱਲ ਹੈ। ਜੇ ਉਹ ਸਕੂਲੇ ਨਾ ਹੀ ਪੈਂਦਾ ਤਾਂ ਵੀ ਇੱਕੋ ਹੀ ਗੱਲ ਸੀਗੀ। ਤਾਂ ਭਾਵ ਉਹੀ ਹੈ ਕਿ ਇਹੋ ਜਿਹੇ ਇਨਸਾਨ ਨੇ ਜਿਹਾ ਜਨਮ ਲਿਆ ਜਿਹਾ ਨਾ ਲਿਆ। तो कबीर जी ने जो इस शब्द की गल समझाई है वो इतना ही सिर्फ सानू मैसेज बड़े स्ट्रोंग लफ्ज़ों दिता है कि असी जिन्ना समा हुण साडे कोल बचिया है घट्टो घट्ट उतने समय नूं तां असी अजाई ना गवाईए, व्यर्थ ना गवाईए। जिस मकसद वास्ते जन्म मिलिया है उसनूं पूरा करन दा यतन करिए। तो सारे शब्द का सार यही है कि जो मनुख परमात्मा की बंदगी नहीं करता वो बाहरों वेखण नूं भावें सोहना होवे पर उसका आत्मा मलीन होने करके जगत में उसका आना व्यर्थ है, किसी काम का नहीं है। तो आओ अंत के विच एक बारी फिर शब्द का पाठ दोबारा तो सरवण करिए ते नाल नाल अपने आप नूं इस दे अर्थां दे नाल सांझ पाउण दा यतन करिए। गोड़ी कबीर जी जह कुल पूत न ज्ञान विचारी विधवा कस न पई महतारी जेह नर राम भगत ने साधी जेह नर राम भगत ने साधी जनमत कस न मोह अपराधी जनमत कस न मोह अपराधी मुच मुच गर्भ गए तीन बचिया बुढ़ पुज रूप जीवे जग मझिया कहो कबीर जैसे सुंदर स्वरूप कहो कबीर जैसे सुंदर स्वरूप नाम बिना जैसे कुबज कुरूप नाम बिना जैसे कुबज कुरूप। आपका जी बहुत बहुत धन्यवाद।
अंत विच फतेह दी सांझ करो जी। वाहिगुरू जी का खालसा वाहिगुरू जी की फतेह।